ਤੇਜੋ ਟੀਵੀ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਬਹੁਤ ਹੀ ਖਾਸ ਗੱਲ ਹੋਈ। ਅਸੀਂ ਸ਼ਹਿਰ ਵਿੱਚ ਘੁੰਮ ਰਹੇ ਸੀ। ਫ੍ਰਿੰਜ ਤੁਹਾਨੂੰ ਪਤਾ ਹੈ ਐਡੀਲੇਡ 'ਚ ਚੱਲ ਰਿਹਾ, ਬਹੁਤ ਸਾਰੇ ਇੱਥੇ ਫੈਸਟੀਵਲਸ, ਬਹੁਤ ਸਾਰੇ ਫੰਕਸ਼ਨਸ ਹੋ ਰਹੇ ਨੇ, ਅਲੱਗ-ਅਲੱਗ ਇਵੈਂਟਸ ਹੋ ਰਹੇ ਹਨ। ਪਰ ਜਦੋਂ ਅਸੀਂ ਗੁਜ਼ਰ ਰਹੇ ਸੀ ਇੱਕ ਗਲੀ ਵਿੱਚੋਂ ਤਾਂ ਸਾਡੀ ਨਜ਼ਰ ਪਈ ਇਸ ਬੋਰਡ 'ਤੇ, ਦਾਸਤਾਨੇ ਗੁਰੂ ਨਾਨਕ। ਜਦੋਂ ਅਸੀਂ ਇਸ ਬਾਰੇ ਪਤਾ ਕੀਤਾ ਤਾਂ ਸਾਨੂੰ ਪਤਾ ਚੱਲਿਆ ਕਿ ਦਾਸਤਾਨੇ ਗੁਰੂ ਨਾਨਕ ਇੱਕ ਥੀਏਟਰ ਪਲੇ ਹੈ, ਇੱਕ ਮਿਊਜ਼ੀਕਲ ਪਲੇ ਹੈ ਜੋ ਇਸ ਫ੍ਰਿੰਜ ਦਾ ਹਿੱਸਾ ਹੈ। ਇਹ ਸੁਣ ਕੇ ਸਾਡੇ ਤੋਂ ਰਿਹਾ ਨਹੀਂ ਗਿਆ। ਅਸੀਂ ਇਹਨਾਂ ਨੂੰ ਅਪਰੋਚ ਕੀਤੀ ਕਿ ਇਹ ਕੀ ਹੈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੱਥੇ ਕੀ ਹੋ ਰਿਹਾ ਹੈ। ਅਤੇ ਹੁਣੇ ਅਸੀਂ ਇਹ ਸ਼ੋਅ ਦੇਖ ਕੇ ਬਾਹਰ ਨਿਕਲ ਰਹੇ ਹਾਂ। ਯਕੀਨ ਮੰਨੋ, ਜਦੋਂ ਤੁਸੀਂ ਇਹ ਸ਼ੋਅ ਦੇਖਣ ਜਾਂਦੇ ਹੋ ਅਤੇ ਜਦੋਂ ਬਾਹਰ ਆਉਂਦੇ ਹੋ, ਇੱਕ ਅਲੱਗ ਹੀ ਅਹਿਸਾਸ ਆਪਣੇ ਨਾਲ ਲੈ ਕੇ ਆਉਂਦੇ ਹੋ। ਸਾਡੇ ਨਾਲ ਕੁਲਜੀਤ ਸਿੰਘ ਜੀ ਹਨ, ਜਿਨ੍ਹਾਂ ਨੇ ਇਸ ਸ਼ੋਅ ਨੂੰ ਸਿਰਜਿਆ ਹੈ, ਜੋ ਇਸ ਸ਼ੋਅ ਨੂੰ ਫ੍ਰਿੰਜ ਤੱਕ ਲੈ ਕੇ ਆਏ ਨੇ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈ। ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ਕਾਰੀ ਇੱਥੇ ਕੀਤੀ ਗਈ ਸੀ। ਥੋੜ੍ਹਾ ਜਿਹਾ ਇਸ ਸ਼ੋਅ ਬਾਰੇ ਐਡੀਲੇਡ ਦੇ ਸਾਰੇ ਵਾਸੀਆਂ ਨੂੰ ਦੱਸੋ ਜੀ। ਇਹ ਇੱਕ ਮਿਊਜ਼ੀਕਲ ਦਾਸਤਾਨ ਗੋਈ ਹੈਗੀ। ਦਾਸਤਾਨ ਗੋਈ ਉਰਦੂ ਸਟੋਰੀ ਟੈਲਿੰਗ ਦਾ ਇੱਕ ਪੁਰਾਣੀ ਰਵਾਇਤ ਹੈ ਜਿਹਦੇ 'ਚ ਕਹਾਣੀ ਨੂੰ ਸੁਣਾਇਆ ਜਾਂਦਾ ਹੈ। ਅਤੇ ਅਸੀਂ ਬਹੁਤ ਸਮੇਂ ਤੋਂ ਇਸ ਦਾਸਤਾਨ ਗੋਈ ਨੂੰ ਦਿੱਲੀ 'ਚ ਪੜ੍ਹ ਰਹੇ ਸੀ। ਬਾਬਾ ਨਾਨਕ ਦੀ ਗੱਲ ਕਰੀਏ ਤਾਂ ਬਿਨਾਂ ਮਿਊਜ਼ਿਕ ਦੇ ਬਾਬਾ ਨਾਨਕ ਇਨਕੰਪਲੀਟ ਹੁੰਦੇ ਨੇ। ਉਹ ਆਪ ਪੋਇਟ ਨੇ, ਉਹ ਆਪ ਲਿਖਦੇ ਰਹੇ, ਉਹਨਾਂ ਆਪ ਬਾਣੀ ਦੀ ਸਿਰਜਣਾ ਕੀਤੀ, ਗਾਉਂਦੇ ਵੀ ਰਹੇ। ਅਤੇ ਅਸੀਂ ਫਿਰ ਸੋਚਿਆ ਕਿ ਬਾਬਾ ਨਾਨਕ ਦੇ ਬਾਰੇ ਜੇ ਗੱਲ ਕਰਨੀ ਹੈ ਤਾਂ ਬਸ ਬੋਲ ਕੇ ਨਹੀਂ ਕੀਤੀ ਜਾ ਸਕਦੀ, ਗਾਣਾ ਵੀ ਪਏਗਾ। ਅਤੇ ਪਿਛਲੇ 2-2.5 ਸਾਲ 'ਚ ਇਹ ਦਾਸਤਾਨ ਜੋ ਅਸੀਂ ਅੱਜ ਕੀਤੀ ਹੈ, ਜੋ ਦੇਖਿਆ ਵੀ ਹੁਣੇ ਪਰਫੋਰਮੈਂਸ ਕੰਪਲੀਟ ਹੋਈ, ਉਹ 70 ਮਿੰਟ ਦੀ ਮਿਊਜ਼ੀਕਲ ਦਾਸਤਾਨ ਹੈ, ਜਿਹਦੇ 'ਚ ਅਸੀਂ ਸ਼ੁਰੂਆਤ ਕਰਦੇ ਹਾਂ ਬਾਬਾ ਨਾਨਕ ਦੇ ਜਨਮ ਤੋਂ ਅਤੇ ਉਹਦੇ ਬਾਅਦ ਉਹਨਾਂ ਦੀ ਰਿਅਲਾਈਜੇਸ਼ਨ ਤੱਕ ਜਾਂਦੀ ਹੈ। ਵਿੱਚ ਇੰਟਰਮਿਟੈਂਟਲੀ ਬਾਣੀ ਆਉਂਦੀ ਹੈ ਜੋ ਗਾਈ ਜਾਂਦੀ ਹੈ, ਅਤੇ ਦੋ ਬੰਦੇ ਬੈਠ ਕੇ ਉਸ ਸਟੋਰੀ ਟੈਲਿੰਗ ਨੂੰ ਕਰਦੇ ਹੈਗੇ। ਅਤੇ ਇਹਦਾ ਨਾਂ ਹੈ ਦਾਸਤਾਨੇ ਗੁਰੂ ਨਾਨਕ, ਦ ਸਟੋਰੀ ਆਫ ਗੁਰੂ ਨਾਨਕ। ਅਤੇ ਅਸੀਂ TGI ਦਾ ਗਰਾਜ ਇੰਟਰਨੈਸ਼ਨਲ ਟਾਊਨ ਹਾਲ ਐਡੀਲੇਡ ਕਰ ਰਹੇ ਹਾਂ। ਕੱਲ੍ਹ ਅਤੇ ਪਰਸੋਂ 2 ਸ਼ੋਜ਼ ਰਹਿ ਗਏ ਹੈਗੇ, 5:40 'ਤੇ ਤੁਸੀਂ ਜ਼ਰੂਰ ਆਓ ਸਾਰੇ। ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ ਨੂੰ 2 ਸ਼ੋਜ਼ ਇੱਥੇ ਬਾਕੀ ਹਨ। ਅਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਆਪਣੇ ਵੱਲੋਂ ਐਡ ਕਰਨੀ ਚਾਹਾਂਗਾ ਕਿ ਅਸੀਂ ਇੱਥੇ ਹੁੰਦੇ ਹਾਂ, ਵਿਦੇਸ਼ਾਂ ਵਿੱਚ ਹੁੰਦੇ ਹਾਂ। ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਰਹੀ ਹੈ ਉਹ ਇੰਗਲਿਸ਼ ਬੋਲਦੇ ਨੇ ਬਹੁਤ ਜ਼ਿਆਦਾ। ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਉਹਨਾਂ ਨੂੰ ਬਾਬਾ ਨਾਨਕ ਦੀਆਂ ਸਟੋਰੀਜ਼ ਦੇ ਬਾਰੇ ਦੱਸੀਏ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਸਮਾਜ ਸੁਧਾਰਕ ਦੇ ਵਜੋਂ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਰੋਲ ਦੇ ਵਿੱਚ ਹਰ ਤਰਫ ਸੁਧਾਰ ਕਰਨ ਦੀ ਇੱਕ ਕੋਸ਼ਿਸ਼ ਕੀਤੀ। ਉਸ ਸਟੋਰੀ ਨੂੰ ਇੱਥੇ ਇੰਗਲਿਸ਼, ਹਿੰਦੀ ਦੇ ਵਿੱਚ ਬੜੀ ਬਖੂਬੀ ਨਾਲ ਦਰਸਾਇਆ ਗਿਆ ਹੈ। ਅਤੇ ਜੇਕਰ ਪੂਰੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਇੱਥੇ ਆਓਗੇ ਤਾਂ ਸ਼ਾਇਦ ਜਦੋਂ ਇੱਥੋਂ ਵਾਪਸ ਜਾਓਗੇ ਤਾਂ ਬਹੁਤ ਕੁਝ ਆਪਣੇ ਨਾਲ ਲੈ ਕੇ ਜਾਓਗੇ। ਕੁਲਜੀਤ ਜੀ, ਤੁਹਾਡੇ ਤੋਂ ਮੈਂ ਇਹ ਸਮਝਣਾ ਚਾਹੂੰਗਾ ਕਿ ਤੁਸੀਂ ਫਿਲਮਾਂ ਅਤੇ ਵੈਬ ਸੀਰੀਜ਼, ਐਕਟਿੰਗ, ਇਹਦੇ ਨਾਲ ਹਮੇਸ਼ਾ ਤੋਂ ਹੀ ਜੁੜੇ ਰਹੇ ਹੋ ਅਤੇ ਤੁਹਾਡਾ ਬੜਾ ਨਾਮ ਹੈ ਇਸ ਫੀਲਡ ਦੇ ਵਿੱਚ। ਬਟ ਇਸ ਬਾਰੇ ਕਿੱਦਾਂ ਸੋਚਿਆ ਕਿ ਦਾਸਤਾਨੇ ਗੁਰੂ ਨਾਨਕ ਨਾਮ ਦਾ ਇੱਕ ਇੱਦਾਂ ਦਾ ਪਲੇ ਹੋਣਾ ਚਾਹੀਦਾ ਹੈ, ਅਤੇ ਐਡੀਲੇਡ ਫ੍ਰਿੰਜ ਤੱਕ ਪਹੁੰਚ ਕਿਵੇਂ ਹੋਈ ਤੁਹਾਡੀ? ਮਹਿਮੂਦ ਫਾਰੂਕੀ ਸਾਹਿਬ, ਦਾਨਿਸ਼ ਹੁਸੈਨ, ਇਹ ਦੋਨੋਂ ਦਿੱਲੀ ਵਿੱਚ ਇੱਕ ਵਰਕਸ਼ਾਪ ਕਰ ਰਹੇ ਸਨ। ਦਾਸਤਾਨ ਗੋਈ ਸੀ ਅੱਜ ਤੋਂ 7-8 ਸਾਲ ਪਹਿਲਾਂ। ਅਤੇ ਮੈਂ ਥੀਏਟਰ ਪ੍ਰੈਕਟਿਸ ਕਰਨਾ, ਅਟੈਲੀਅਰ ਥੀਏਟਰ ਜੋ ਇੱਕ ਕੰਪਨੀ ਹੈਗੀ ਦਿੱਲੀ ਤੋਂ ਪਿਛਲੇ 19 ਸਾਲਾਂ ਤੋਂ ਰਨ ਕਰ ਰਿਹਾ, ਅਤੇ ਮੈਂ ਉਸ ਵਰਕਸ਼ਾਪ ਦਾ ਹਿੱਸਾ ਬਣਿਆ। ਜਦੋਂ ਵਰਕਸ਼ਾਪ ਖਤਮ ਹੋਈ ਅਤੇ ਮਹਿਮੂਦ ਫਾਰੂਕੀ ਨਾਲ ਮੈਂ ਕੁਝ ਫਾਰਸੀ ਵਿੱਚ ਦਾਸਤਾਨਾਂ ਵੀ ਪੜ੍ਹੀਆਂ, ਦਾਸਤਾਨ ਬਹਾਰ ਜਾਦੂ ਕੀ, ਉਹ ਫਿਰ ਅਸੀਂ ਦਿੱਲੀ, ਬੰਬੇ ਬੜੀ ਜਗ੍ਹਾ ਕੀਤੀਆਂ। ਫਿਰ ਮਹਿਮੂਦ ਫਾਰੂਕੀ ਸਾਹਿਬ ਖੁਦ ਹੀ ਕਿਹਾ ਕਿ ਤੁਹਾਡੇ ਅਤੇ ਆਪਣੀ ਹਿਸਟਰੀ ਵਿੱਚ ਬੜੀ ਦਾਸਤਾਨਾਂ ਨੇ, ਤੁਸੀਂ ਕੋਈ ਦਾਸਤਾਨ ਪਿਕ ਕਰੋ। ਉਹ ਮੇਰੇ ਨਾਲ ਰਹਿ ਗਿਆ ਅਤੇ ਮੈਂ ਦਾਸਤਾਨ ਉਹਨਾਂ ਨਾਲ ਕਰਨਾ ਤੇ ਬੰਦ ਕਰ ਦਿੱਤੀ। ਮੈਂ ਆਪਣਾ ਫਿਰ ਪਲੇ ਅਤੇ ਦੂਜਾ ਫਿਲਮ ਦਾ ਕੰਮ ਚੱਲ ਰਿਹਾ ਸੀ। ਅਤੇ ਜਦੋਂ 550 ਸਾਲ ਬਾਬਾ ਨਾਨਕ ਦੇ ਆਏ, ਦੈਨ ਆਈ ਥੋਟ ਆਈ ਸ਼ੁੱਡ ਡੂ ਸਮਥਿੰਗ ਅਬਾਊਟ ਇਟ। ਮੇਰੀ ਥੀਏਟਰ ਗਰੁੱਪ ਵਿੱਚ ਮੈਨੂੰ ਛੱਡ ਕੇ ਕੋਈ ਸਿੱਖ ਨਹੀਂ ਹੈਗੇ, ਪੰਜਾਬੀ ਹੈਗੇ, ਲੇਕਿਨ ਉਹ ਪੰਜਾਬੀ ਪੜ੍ਹ ਵੀ ਨਹੀਂ ਪਾਉਂਦੇ। ਜਿਵੇਂ ਅੱਜ ਕੱਲ੍ਹ ਦੇ ਅਰਬਨ ਪੰਜਾਬੀ ਹੁੰਦੇ, ਜੋ ਹਿੰਦੀ ਅਤੇ ਅੰਗਰੇਜ਼ੀ ਬੋਲਦੇ, ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ। ਅਤੇ ਅਸੀਂ ਸੋਚਿਆ ਕਿ ਅਸੀਂ ਐਵੇਂ ਜਿਹੀ ਇੱਕ ਦਾਸਤਾਨ ਬਣਾਈਏ ਜਿੱਥੇ ਬਾਬਾ ਨਾਨਕ ਕੀ ਆਫਰ ਕਰ ਰਹੇ ਨੇ ਇਸ ਦੁਨੀਆ ਨੂੰ, ਜਿੱਥੇ ਵਾਇਲੈਂਸ ਅਤੇ ਜੈਂਡਰ ਡਿਸਕ੍ਰਿਮੀਨੇਸ਼ਨ ਅਤੇ ਕੀ ਨਹੀਂ ਹੋ ਰਿਹਾ। ਅਤੇ ਅਸੀਂ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਬਾਬਾ ਨਾਨਕ ਦੀ। ਮੈਂ ਤਾਂ ਪੜ੍ਹਦਾ ਸੀ, ਜਿਸ ਘਰ 'ਚ ਜਨਮਿਆ ਉੱਥੇ ਪੜ੍ਹੀ ਜਾਂਦੀ ਸੀ। ਬਾਕੀ ਲੋਕਾਂ ਵੀ ਪੜ੍ਹਨਾ ਸ਼ੁਰੂ ਕੀਤਾ। ਮੈਂ ਥੋੜ੍ਹਾ ਸਾ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਿੰਨੀ ਮੇਰੀ ਸਮਝ ਸੀ। ਅਸੀਂ ਫਿਰ ਇਹ ਰਿਅਲਾਈਜ਼ ਕੀਤਾ ਕਿ ਇਹਦੀ ਭਾਸ਼ਾ ਜੋ ਹੈ ਨੌਨ ਪੰਜਾਬੀਆਂ ਵਾਸਤੇ ਹੋਣੀ ਚਾਹੀਦੀ ਹੈ। ਅਤੇ ਅਸੀਂ ਇਹਨੂੰ ਉਰਦੂ ਅਤੇ ਜਿਹਨੂੰ ਅਸੀਂ ਹਿੰਦੁਸਤਾਨੀ ਬੋਲਦੇ ਹਾਂ ਉਸ ਭਾਸ਼ਾ 'ਚ ਰੱਖਿਆ, ਉਰਦੂ, ਪੰਜਾਬੀ, ਹਿੰਦੀ ਮਿਕਸ। ਹੁਣ ਉਹ ਉੱਥੇ ਦਿੱਲੀ ਅਸੀਂ ਕੋਵਿਡ ਆ ਗਿਆ, ਅਤੇ ਕੋਵਿਡ ਵਿੱਚ ਅਸੀਂ ਥੀਏਟਰ ਵਾਲੇ ਘਰ ਬੈਠੇ ਹੋਏ ਸੀ ਅਤੇ ਆਡੀਟੋਰੀਅਮ ਸਾਰੇ ਬੰਦ।
ਐਂਡ ਅਸੀਂ ਕੀ ਕੀਤਾ, ਇੱਕ ਹੋਮ ਥੀਏਟਰ ਕਰਕੇ ਇਨੀਸ਼ੀਏਟਿਵ ਲਿਆ। ਅਸੀਂ ਲੋਕਾਂ ਨੂੰ ਕਿਹਾ ਜੀ ਤੁਸੀਂ ਨਹੀਂ ਆ ਸਕਦੇ ਆਡੀਟੋਰੀਅਮ ਤੇ ਸਾਨੂੰ ਘਰ ਬੁਲਾ ਲਓ। ਤੁਸੀਂ ਮੰਨੋਗੇ ਨਹੀਂ, ਮਜ਼ਾ ਆਇਆ ਕਿ ਲਗਭਗ ਅਸੀਂ 100 ਸ਼ੋਜ਼ ਤੋਂ ਜ਼ਿਆਦਾ ਘਰਾਂ 'ਚ ਜਾ ਕੇ ਕਰ ਚੁੱਕੇ ਹਾਂ। ਤਾਂ ਜਸਟ ਇਮੈਜਿਨ ਗੁੜਗਾਉਂ ਦੇ ਕਿਸੇ 14ਵੀਂ 15ਵੀਂ ਫਲੋਰ ਤੇ ਤੁਸੀਂ ਬੈਠ ਕੇ ਬਾਬਾ ਨਾਨਕ ਦੀ ਦਾਸਤਾਨ ਪੜ੍ਹ ਰਹੇ ਹੋ। ਕਦੇ ਤੁਸੀਂ ਨੋਇਡਾ ਜਾਂਦੇ ਹੋ ਤੇ ਉੱਥੇ ਕਿਸੇ ਕਮਿਊਨਿਟੀ ਹਾਲ ਵਿੱਚ ਕਰ ਰਹੇ ਹੋ, ਕਦੀ ਟੈਰੇਸਿਸ ਤੇ ਕਰ ਰਹੇ ਹੋ, ਬੈਕਯਾਰਡਸ ਤੇ ਕਰ ਰਹੇ ਹੋ, ਡਰਾਇੰਗ ਰੂਮਸ ਵਿੱਚ ਕਰ ਰਹੇ ਹੋ, ਲਿਵਿੰਗ ਰੂਮਸ ਵਿੱਚ ਕਰ ਰਹੇ ਹੋ। ਤੇ ਮੈਨੂੰ ਲੱਗਿਆ ਤੇ ਬਹੁਤ ਹੀ ਠੀਕ ਕੰਮ ਹੈ। ਇਹਦੇ 'ਚ ਕੀ ਹੁੰਦਾ ਜੀ, ਉਹ ਜੋ ਹੋਸਟ ਹੈਗਾ ਉਹ ਸ਼ਾਮ ਦੀ ਚਾਹ ਵੀ ਪਿਲਾ ਦਿੰਦਾ ਤੇ ਕੜਾ ਪ੍ਰਸ਼ਾਦ ਵੀ ਬਣਾ ਦਿੰਦਾ ਤੇ ਤੁਸੀਂ ਦਾਸਤਾਨ ਵੀ ਪੜ੍ਹ ਲੈਂਦੇ। ਇਟਸ ਮੋਰ ਲਾਈਕ ਅ ਮੈਡੀਟੇਟਿਵ ਐਕਸਪੀਰੀਅੰਸ ਫॉर ਯੂ। ਉਹ ਅਸੀਂ ਸੈਂਕੜੋਂ ਉੱਥੇ ਕਰ ਦਿੱਤੀਆਂ। ਫਿਰ ਇਹ ਮੈਂ 2020 'ਚ ਆਇਆ ਸੀ ਐਡੀਲੇਡ ਵਿੱਚ ਐਜ਼ ਅ ਪਾਰਟ ਆਫ ਵਰਲਡ ਫ੍ਰਿੰਜ ਕਾਂਗਰਸ, ਤੇ ਮੈਂ ਇੱਥੇ ਜੋ ਸ਼ਕਤੀ ਹੈਗੇ TGI ਦੇ ਉਹਨਾਂ ਨੂੰ ਮਿਲਿਆ ਸੀ ਤੇ ਉਹਨਾਂ ਨਾਲ ਇਹ ਗੱਲ ਹੋਈ ਸੀ ਕਿ ਮੈਂ ਆਪਣੇ ਕੁਝ ਸ਼ੋਅ ਲੈ ਕੇ ਆਵਾਂਗਾ। ਕਿਹੜਾ ਲੈ ਕੇ ਆਵਾਂਗਾ ਇਹ ਗੱਲ ਤਾਂ ਨਹੀਂ ਹੋਈ ਸੀ। ਤੇ ਫਿਰ ਅਸੀਂ ਕੋਵਿਡ ਦੇ ਦੌਰਾਨ ਬਾਬਾ ਨਾਨਕ ਦੀ ਦਾਸਤਾਨ ਬਣਾਈ ਲਈ ਸੀ। ਅਸੀਂ ਕਿਹਾ ਇਸ ਤੋਂ ਚੰਗਾ ਕੀ ਰਹੇਗਾ ਕਿ ਅਸੀਂ ਐਡੀਲੇਡ ਦਾਸਤਾਨ ਲੈ ਕੇ ਚੱਲੀਏ। ਐਂਡ ਸ਼ੀ ਵਾਜ਼ ਵੈਰੀ ਹੈਪੀ ਅਬਾਊਟ ਇਟ। ਜਸਟ ਇਮੈਜਿਨ ਚਰਚ ਦੇ ਅੰਦਰ ਬਾਬਾ ਨਾਨਕ ਦੀ ਦਾਸਤਾਨ ਹੋਏ। ਮੈਲਬਰਨ ਜਾ ਰਹੇ ਹਾਂ, ਉੱਥੇ ਇੱਕ ਮੰਦਿਰ ਹੈਗਾ ਜਿਹਨਾਂ ਸੰਸਦ ਦਾ ਦਿੱਤਾ ਹੈ। ਆਈ ਐਮ ਸੋ ਹੈਪੀ। ਮੈਂ ਸੋਚਣਾ ਕੋਈ ਦਰਗਾਹ ਤੇ ਮਸਜਿਦ ਵੀ ਸਾਨੂੰ ਹੁਲਾਰਾ ਦੇ ਦੇ ਤੇ ਅਸੀਂ ਉੱਥੇ ਮਰਦਾਨਾ ਸਾਹਿਬ ਦੀ ਵੀ ਇੱਛਾ ਪੂਰੀ ਹੋ ਜਾਏ ਕਿ ਬਾਬਾ ਨਾਨਕ ਹਰ ਥਾਂ ਤੇ ਪਹੁੰਚ ਗਏ। ਤੇ ਜੋ ਬਾਬਾ ਨਾਨਕ ਦਾ ਪੂਰਾ ਆਈਡੀਆ ਹੈਗਾ ਨਾ ਇੰਟਰਫੇਥ ਦਾ, ਉਹਨੂੰ ਲੈ ਕੇ ਅਸੀਂ ਚੱਲੇ ਸੀ। ਮੈਨੂੰ ਲੱਗਦਾ ਧੀਰੇ ਧੀਰੇ ਅਸੀਂ ਉਹਦੇ ਨੇੜੇ ਪਹੁੰਚ ਰਹੇ ਹਾਂ। ਤੇ ਹੁਣ ਐਡੀਲੇਡ ਫ੍ਰਿੰਜ ਵੀ ਆ ਗਏ, ਹਿੰਦੁਸਤਾਨੀ ਤੇ ਦੇਖ ਰਹੇ ਨੇ, ਕੁਝ ਗੋਰੇ ਵੀ ਦੇਖ ਗਏ। ਕੱਲ੍ਹ ਇੱਕ ਇਟਲੀ ਦਾ ਮੁੰਡਾ ਆਇਆ ਸੀ, ਉਹਨੂੰ ਪਤਾ ਹੈਗਾ ਸਿੱਖੀਜ਼ਮ ਦੇ ਬਾਰੇ। ਉਸ ਤੋਂ ਪਹਿਲੇ ਕੁਝ ਬ੍ਰਿਟਸ ਵੀ ਆਏ ਸਨ ਤੇ ਥੋੜ੍ਹੀ ਗੱਲ ਉਹਨਾਂ ਨੂੰ ਵੀ ਪਤਾ ਹੈਗੀ। ਅਸੀਂ ਕਮਿਊਨਿਟੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਥੋੜ੍ਹੀ ਆਡੀਅנס ਟਰਨ ਆਊਟ ਘੱਟ ਏ। ਫੈਮਿਲੀ ਨਾਲ ਆਉਣਾ ਬੰਦਾ ਹੈਗਾ, ਨਾਲ ਛੋਟੇ ਬੱਚੇ ਆਉਣ ਤੇ ਹੋਰ ਹੀ ਵਧੀਆ ਗੱਲ ਹੈ। ਤੇ ਤੁਸੀਂ ਜਦੋਂ ਆਓਗੇ ਤਾਂ ਅਸੀਂ ਅੰਗਰੇਜ਼ੀ 'ਚ ਕਰਾਂਗੇ ਵੀ ਨਹੀਂ। ਹੁਣ ਅਸੀਂ ਥੋੜ੍ਹੀ ਅੰਗਰੇਜ਼ੀ ਬੋਲਣੀ, ਅਸੀਂ ਆਪਣੀ ਭਾਸ਼ਾ ਤੇ ਆ ਜਾਵਾਂਗੇ। ਸੋ ਪਲੀਜ਼ ਡੂ ਕਮ। ਤਾਂ ਸਾਰੇ ਐਡੀਲੇਡ ਵਾਸੀਆਂ ਨੂੰ ਸੱਦਾ ਹੈ ਕਿ ਜ਼ਰੂਰ ਆਓ ਔਰ ਐਸੀ ਕੋਸ਼ਿਸ਼ਾਂ ਨੂੰ ਆਪਾਂ ਨੂੰ ਜ਼ਰੂਰਤ ਹੈ ਕਿ ਇਹਨੂੰ ਆਪਾਂ ਹੋਰ ਅੱਗੇ ਵਧਾਈਏ, ਹੋਰ ਹੁਲਾਰਾ ਦਈਏ। ਵੱਧ ਚੜ੍ਹ ਕੇ ਆਓ। 2 ਦਿਨ ਦਾ ਸ਼ੋਅ, ਸ਼ਨੀਵਾਰ ਤੇ ਐਤਵਾਰ ਸ਼ਾਮ ਦਾ ਸ਼ੋਅ ਇਹ ਬਚਿਆ 5:40 ਸ਼ਾਮ ਨੂੰ 5:40 ਦਾ ਸ਼ੋਅ ਹੈ। ਇੱਥੇ ਜ਼ਰੂਰ ਆਓ। ਤੇ ਇਸ ਸ਼ੋਅ ਦੇ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਕੋਈ ਗੱਲ ਕਰਦਿਆਂ ਹੋਇਆਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਤਾਂ ਉਹਦੇ ਵਾਸਤੇ ਖਿਮਾ ਜ਼ਰੂਰ ਚਾਹਾਂਗੇ। ਤੇਜਿੰਦਰ ਸਿੰਘ, ਤੇਜੋ TV ਲਈ ਐਡੀਲੇਡ ਤੋਂ। Doctor was summoned, where GK sat next to Nanak and asked him, Nanak, where is the suffering? In my soul. In your soul? What kind of suffering is there in your soul, Nanak? Where Ji, I am suffering because my soul has been detached from the Absolute. It has been longing for its existence. उसे उनसे मिलने की तीव्र इच्छा दिन रात सताती है। खुसरो दरिया प्रेम का उल्टी वाकी धार, खुसरो दरिया प्रेम का उल्टी वाकी धार, जो उभरा सो डूब गया, जो डूबा सो पार। Nanak knows only love. One radiates what one possesses. Someone with hatred, greed, envy will give the same. Nanak is brimming with love, and he gave that in all its completeness.